ਜੇਕਰ ਅਸੀਂ ਜੂਨ 1984 ਦੇ ਸਾਰੇ ਵਰਤਾਰੇ ਨੂੰ ਸਮਝਣਾ ਸੀ ਤਾਂ ਉਸ ਦੇ ਵਾਸਤੇ ਜ਼ਰੂਰੀ ਸੀ ਕਿ ਪਿਛੋਕੜ ਦੇ ਜੋ ਕੁਝ ਵਿੱਚ ਵਾਪਰਿਆ ਹੈ, ਉਸ ਦੇ ਬਾਰੇ ਸਾਨੂੰ ਸਾਰਾ ਜੇ ਤਫਸੀਲ ਦੇ ਵਿੱਚ ਨਹੀਂ ਤਾਂ ਤਕਰੀਬਨ ਸੰਖੇਪ ਦੇ ਵਿੱਚ ਗਿਆਨ ਜ਼ਰੂਰ ਹੋਵੇ ਕਿ ਇਹ ਸਾਰੇ ਜਦੋਂ ਅੱਜ ਅਸੀਂ 1984 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤਾਂ ਇਹਦੇ ਪਿਛੋਕੜ ਦੇ ਵਿੱਚ ਸਰਕਾਰ ਵੱਲੋਂ ਕੀਤੇ ਗਏ ਵਿਸਾਖਘਾਤਾਂ ਦੀ ਕਿੰਨੀ ਲੰਬੀ ਲੜੀ ਹੈ, ਜਿਸ ਦਾ ਸਾਨੂੰ ਤਰਤੀਬਵਾਰ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਸੋ ਜੇਕਰ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਫਾਇਰਿੰਗ ਦੀ ਗੱਲ ਕਰੀਏ ਤਾਂ ਉਸ ਵੇਲੇ ਦੇ ਬਹੁਤ ਸਾਰੇ ਸਰੋਤ ਇਸ ਗੱਲ ਦੀ ਹਾਮੀ ਭਰਦੇ ਨੇ, ਜਿਹਦੇ ਵਿੱਚ ਬੇਸ਼ੱਕ ਲਿਖਤਾਂ ਵੀ ਨੇ ਔਰ ਉਹਦੇ ਵਿੱਚ ਪ੍ਰਤੱਖਦਰਸ਼ੀ ਗਵਾਹ ਵੀ ਨੇ ਕਿ ਤਕਰੀਬਨ ਮਈ ਦੇ ਮਹੀਨੇ ਦੇ ਵਿੱਚ CRPF ਤੇ BSF ਦੇ ਵੱਲੋਂ ਜਿਹੜਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ ਦੇ ਉੱਪਰ ਘੇਰਾਬੰਦੀ ਕੀਤੀ ਗਈ ਸੀ। ਉੱਥੋਂ ਕਈ ਵਾਰੀ ਬਿਨਾਂ ਕਿਸੇ ਭੜਕਾਹਟ ਦੇ ਗੋਲੀ ਚਲਾਈ ਜਾਂਦੀ ਸੀ ਔਰ ਜਿੱਥੋਂ ਤੱਕ ਬਾਹਰੀ ਮੋਰਚਾਬੰਦੀ ਜਿਹੜੀ ਸਿੰਘਾਂ ਦੇ ਵੱਲੋਂ ਕੀਤੀ ਗਈ, ਉਹ ਚਾਹੇ ਲੰਗਰ ਹਾਲ ਦੀ ਇਮਾਰਤ ਦੇ ਉੱਪਰ ਸੀ ਜਾਂ ਫਿਰ ਉਹ ਚੌਂਕ ਘੰਟਾ ਘਰ ਦੇ ਵਾਲੇ ਪਾਸੇ ਸੀ, ਉਹ ਕੇਵਲ ਇੰਨੀ ਹੀ ਮੋਰਚਾਬੰਦੀ ਸੀ ਕਿ ਜਿਹੜੀ ਬਾਹਰੋਂ ਚਲਾਈ ਜਾ ਰਹੀ ਗੋਲੀ ਦਾ ਗਾਹੇ ਬਗਾਹੇ ਕਿਤੇ ਜਵਾਬ ਦਿੱਤਾ ਜਾ ਸਕੇ ਜਾਂ ਫਿਰ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਔਰ ਇਹਦੇ ਵਿੱਚ ਜਿਹੜੀ ਲੰਗਰ ਦੀ ਇਮਾਰਤ ਦੇ ਉੱਪਰ ਕੀਤੀ ਗਈ ਸਿੰਘਾਂ ਦੇ ਵੱਲੋਂ ਮੋਰਚੇਬੰਦੀ ਸੀ, ਉਸ ਦਾ ਪ੍ਰਯੋਜਨ ਕੇਵਲ ਤੇ ਕੇਵਲ ਇੰਨਾ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਕਸਰ ਉਸ ਉੱਪਰਲੀ ਮੰਜ਼ਲ ਦੇ ਉੱਪਰ ਸੰਗਤ ਨੂੰ ਸੰਬੋਧਿਤ ਹੋਇਆ ਕਰਦੇ ਸਨ ਔਰ ਅੰਦਰ ਇਹ ਖਬਰਾਂ ਪਹੁੰਚ ਚੁੱਕੀਆਂ ਸਨ ਕਿ ਜਿਹੜੀਆਂ ਦਰਬਾਰ ਸਾਹਿਬ ਦੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ ਦੇ ਉੱਪਰ CRPF ਤੇ BSF ਦੇ ਵੱਲੋਂ ਜਿਹੜੀ ਮੋਰਚਾਬੰਦੀ ਕੀਤੀ ਗਈ ਹੈ, ਉੱਥੋਂ ਉਹਨਾਂ ਦਾ ਕਿਤੇ ਨਾ ਕਿਤੇ ਮਕਸਦ ਇਹ ਹੈ ਕਿ ਕਿਸੇ ਸਨਾਈਪਰ ਜਾਂ ਕਿਸੇ ਸ਼ੂਟਰ ਦੇ ਰਾਹੀਂ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਗਤ ਨੂੰ ਸੰਬੋਧਿਤ ਕਰ ਰਹੇ ਹੋਣ ਤਾਂ ਉਸ ਵੇਲੇ ਉਹਨਾਂ ਨੂੰ ਦੂਰੋਂ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਸਕੇ। ਸੋ ਇਸ ਦੂਰ ਤੋਂ ਆਉਂਦੀ ਗੋਲਾਬਾਰੀ ਨੂੰ ਬਚਣ ਦੇ ਵਾਸਤੇ ਜਾਂ ਫਿਰ ਕਿਸੇ ਖਾਸ ਨਿਸ਼ਾਨੇ ਪ੍ਰਤੀ ਜਿਹੜੀ CRPF ਤੇ BSF ਦੇ ਵੱਲੋਂ ਜਿਹੜੀ ਸਕੀਮ ਬਣਾਈ ਗਈ ਸੀ, ਉਹਦੇ ਵਾਸਤੇ ਜਾਂ ਉਸ ਤੋਂ ਬਚਣ ਦੇ ਵਾਸਤੇ ਕੇਵਲ ਤੇ ਕੇਵਲ ਜਿਹੜੀਆਂ ਬਾਹਰੀਆਂ ਉੱਚੀਆਂ ਇਮਾਰਤਾਂ ਸੀ, ਉਹਨਾਂ ਦੇ ਉੱਪਰ ਜਿਹੜੀ ਸੀ ਉਹ ਮੋਰਚਾਬੰਦੀ ਸਿੰਘਾਂ ਦੇ ਵੱਲੋਂ ਕੀਤੀ ਗਈ। ਔਰ ਜੇਕਰ ਤੁਸੀਂ ਅੰਦਰਲੀ ਮੋਰਚਾਬੰਦੀ ਦੀ ਗੱਲ ਕਰਦੇ ਹੋ, ਜਿਹਦੀ ਬਾਰ-ਬਾਰ ਗੱਲ ਕਰਕੇ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਕਿਤੇ ਨਾ ਕਿਤੇ ਲਿਖਤਾਂ ਦੇ ਵਿੱਚ, ਲੈਕਚਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਕਿ ਦਰਬਾਰ ਸਾਹਿਬ ਦੇ ਉੱਪਰ ਫੌਜ ਨੇ ਹਮਲਾ ਤਾਂ ਕੀਤਾ ਕਿਉਂਕਿ ਅੰਦਰ ਜਿਹੜੀ ਹੈ ਉਹ ਸਿੰਘਾਂ ਦੇ ਵੱਲੋਂ ਮੋਰਚਾਬੰਦੀ ਕੀਤੀ ਹੋਈ ਸੀ। ਸੋ ਬਹੁਤ ਸਾਰੇ ਹੁਣ ਸਬੂਤ ਇਵੇਂ ਦੇ ਸਾਹਮਣੇ ਆ ਚੁੱਕੇ ਨੇ ਕਿ ਅੰਦਰ ਜਿਹੜੀ ਮੋਰਚਾਬੰਦੀ ਕੀਤੀ ਗਈ ਆ ਉਹ ਤੇ 17 ਫਰਵਰੀ 1984 ਤੋਂ ਬਾਅਦ ਕੀਤੀ ਗਈ ਹੈ, ਜਦੋਂ ਕਿ ਅੰਦਰਲੇ ਸਿੰਘਾਂ ਨੂੰ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਇਹ ਜਿਹੜੀਆਂ ਸਰਕਾਰੀ ਰਿਪੋਰਟਾਂ ਜਿਹੜੀਆਂ ਸੀ ਉਹ ਪਹੁੰਚ ਚੁੱਕੀਆਂ ਸੀ ਕਿ ਸਰਕਾਰ ਜਿਹੜੀ ਹੈ ਉਹ ਬਹੁਤ ਜਲਦੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦੀ ਤਿਆਰੀ ਹੈ। ਜੇਕਰ ਤੁਸੀਂ ਹੁਣ ਜਿੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਮੈਂ ਕੇਵਲ ਤੇ ਕੇਵਲ ਸਿੱਖਾਂ ਦੇ ਪੱਖ ਦੀ ਨਾ ਗੱਲ ਕਰਾਂ ਤਾਂ ਸਰਕਾਰੀ ਪੱਖ ਵੀ ਸ਼ਾਮਲ ਆ, ਤਾਂ ਉਹਦੇ ਵਿੱਚ ਇਹ ਬੜਾ ਸਪਸ਼ਟ ਹੈ ਕਿ ਫਰਵਰੀ 1984 ਦੇ ਮਹੀਨੇ ਦੇ ਮੁੱਢਲੇ ਹਫ਼ਤੇ ਦੇ ਵਿੱਚ ਹੀ ਸੰਤ ਜਰਨੈਲ ਸਿੰਘ ਹੁਣਾਂ ਨੂੰ ਇਹ ਖਬਰ ਪਹੁੰਚ ਚੁੱਕੀ ਸੀ ਕਿ ਸਰਕਾਰ ਦੇ ਵੱਲੋਂ ਹਮਲੇ ਦੀ ਤਿਆਰੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ 18 ਮਹੀਨੇ ਤਕਰੀਬਨ ਜਿਹੜੀ ਤਿਆਰੀ ਕੀਤੀ ਗਈ, ਉਸ ਦਾ ਜ਼ਿਕਰ ਵੀ ਬਕਾਇਦਾ ਤੌਰ ਤੇ ਹੁਣ ਕਿਤਾਬਾਂ ਦੇ ਵਿੱਚ ਮਿਲ ਜਾਂਦਾ ਹੈ। ਇੱਥੋਂ ਤੱਕ ਕਿ ਸਨ 1982 ਦੇ ਵਿੱਚ ਚਕਰਾਤਾ ਦੇ ਸਥਾਨ ਦੇ ਉੱਪਰ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜੀ ਮਸ਼ਕ ਦੀ ਤਿਆਰੀ ਕੀਤੀ ਗਈ, ਇਹਦੀਆਂ ਜਿਹੜੀਆਂ ਖਬਰਾਂ ਉਹ ਵੀ ਸਿੰਘਾਂ ਨੂੰ ਸਾਰੀਆਂ ਪਹੁੰਚ ਸਕਦੀਆਂ ਸਨ। ਜੇਕਰ ਇਸ ਸਾਰੇ ਘਟਨਾਕ੍ਰਮ ਨੂੰ ਹੋ ਸਕਦਾ ਹੈ ਕਿ ਕੁਝ ਲੋਕ ਮੇਰੀ ਗੱਲ ਦਾ ਇਸ ਕਰਕੇ ਯਕੀਨ ਨਾ ਕਰਨ ਕਿ ਮੈਂ ਬਤੌਰ ਸਿੱਖ ਪੱਖ ਤੋਂ ਇਸ ਗੱਲ ਦੀ ਨੁਮਾਇੰਦਗੀ ਕਰ ਰਿਹਾ, ਪਰ ਜੇਕਰ ਤੁਸੀਂ ਲੈਫਟੀਨੈਂਟ ਜਨਰਲ ਮਿਸਟਰ ਸਿਨਹਾ ਦੀ ਇਸ ਸਾਰੀ ਇੰਟਰਵਿਊ ਨੂੰ ਸੁਣ ਲਓ ਜਾਂ ਇੰਟਰਵਿਊ ਦੇ ਕੁਝ ਅੰਸ਼ਾਂ ਨੂੰ ਸੁਣ ਲਓ ਤਾਂ ਸਪਸ਼ਟ ਹੋ ਜਾਵੇਗਾ ਕਿ ਸਰਕਾਰ ਦਾ ਹਮਲਾਵਰ ਪੱਖ ਕਿਸ ਤਰ੍ਹਾਂ ਦਾ ਸੀ ਤੇ ਜੇਕਰ ਅੰਦਰ ਸਿੱਖਾਂ ਨੇ ਜਾਂ ਸਿੰਘਾਂ ਨੇ ਮੋਰਚਾਬੰਦੀ ਤਾਂ ਉਹ ਕੇਵਲ ਤੇ ਕੇਵਲ ਇੱਕ ਬਚਾਅ ਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਕੀਤੀ। ਸੋ ਸਰਕਾਰ ਆਪਣੇ ਹਮਲਾਵਰ ਰੁਖ ਨੂੰ ਤਿਆਰੀ ਦੇਣ ਦੇ ਵਾਸਤੇ ਲੰਬੇ ਸਮੇਂ ਤੋਂ ਜਿਹੜੀ ਹੈ ਉਹ ਯੋਜਨਾਵਾਂ ਬਣਾ ਰਹੀ ਸੀ। ਅਖੀਰ ਹੁਕੂਮਤ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦੇ ਦੋ ਬਹਾਨੇ ਘੜੇ ਗਏ। ਜੇਕਰ ਤੁਸੀਂ ਇਸ ਨੂੰ ਪੜ੍ਹਨਾ ਹੋਵੇ ਤਾਂ ਕੁਲਦੀਪ ਬਰਾੜ ਦੀ ਕਿਤਾਬ ਆਪਰੇਸ਼ਨ ਬਲੂ ਸਟਾਰ ਏ ਟਰੂ ਸਟੋਰੀ,
ਉਹਦੇ ਵਿੱਚ ਬਕਾਇਦਾ ਤੌਰ ਤੇ ਇਸ ਨੂੰ ਤੁਸੀਂ ਪੜ੍ਹ ਸਕਦੇ ਹੋ। ਉਹਦੇ ਵਿੱਚ ਕਹਿੰਦਾ ਹੈ ਕਿ ਬੇਸ਼ੱਕ ਸਾਡੇ ਉੱਪਰ ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ, ਇਹ ਜੂਨ ਮਹੀਨੇ ਦੇ ਇਹਨਾਂ ਦਿਨਾਂ ਨੂੰ ਇਸ ਕਰਕੇ ਚੁਣਿਆ ਗਿਆ ਕਿ ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਸੰਗਤਾਂ ਬਹੁ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਪਹੁੰਚੀਆਂ ਹੁੰਦੀਆਂ ਨੇ ਤੇ ਵੱਧ ਤੋਂ ਵੱਧ ਸਿੱਖਾਂ ਦਾ ਨੁਕਸਾਨ ਹੋ ਸਕੇ। ਉਹ ਕਹਿੰਦਾ ਹੈ ਕਿ ਇਹ ਦੋਸ਼ ਸਾਡੇ ਤੇ ਲਗਾਇਆ ਜਾਂਦਾ ਹੈ, ਪਰ ਇਹਦੇ ਪਿੱਛੇ ਅਸਲੀਅਤ ਇਹ ਹੈ ਕਿ 10 ਜੂਨ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਦਾ, ਜਾਂ ਕਹਿ ਸਕਦੇ ਹੋ ਕਿ ਸਿੱਖਾਂ ਦੀ ਆਜ਼ਾਦੀ ਦਾ ਐਲਾਨ ਕਰ ਦੇਣਾ ਸੀ। ਤੇ ਦੂਸਰੀ ਗੱਲ, 3 ਜੂਨ ਨੂੰ ਜਿਹੜਾ ਅਕਾਲੀ ਦਲ ਦੀ ਡਿਕਟੇਟਰਸ਼ਿਪ ਦੇ ਅਧੀਨ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਉਹਨਾਂ ਦੇ ਵੱਲੋਂ ਇਸ ਗੱਲ ਦਾ ਐਲਾਨ ਕਰ ਦੇਣਾ ਸੀ ਕਿ ਪੰਜਾਬ ਤੋਂ ਬਾਹਰ ਅਨਾਜ ਨਹੀਂ ਜਾਣ ਦਿੱਤਾ ਜਾਵੇਗਾ। ਸੋ ਇਹ ਦੋਵੇਂ ਕੋਈ ਐਵੇਂ ਦੇ ਬਹਾਨੇ ਨਹੀਂ ਆ ਜਿਨ੍ਹਾਂ ਦੇ ਕਰਕੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਵੇ। ਸੋ ਪਹਿਲੀ ਗੱਲ ਤੇ ਕਿ 10 ਜੂਨ ਨੂੰ ਖਾਲਿਸਤਾਨ ਦਾ ਐਲਾਨ ਕੀਤਾ ਜਾਣਾ ਸੀ, ਇਹਦਾ ਉਹਨਾਂ ਕੋਲ ਕੋਈ ਸਬੂਤ ਨਹੀਂ, ਮਹਿਜ਼ ਤੇ ਮਹਿਜ਼ ਇੱਕ ਗੱਲ ਜਾਂ ਕਿਤਾਬ ਦੇ ਵਿੱਚ ਲਿਖੀ ਗਈ ਇੱਕ ਸ਼ਬਦਾਵਲੀ ਹੈ। ਦੂਸਰੀ ਗੱਲ, ਜਿੱਥੋਂ ਤੱਕ ਅਨਾਜ ਨੂੰ ਬਾਹਰ ਭੇਜਣ ਦੀ ਪਾਬੰਦੀ ਦੀ ਗੱਲ ਹੈ, ਤੇ ਇਸ ਤਰ੍ਹਾਂ ਦੇ ਜਿਹੜੇ ਮੋਰਚੇ ਨੇ ਜਾਂ ਇਸ ਤਰ੍ਹਾਂ ਦਾ ਜਿਹੜਾ ਪੱਖ ਹੈ, ਉਹ ਤੇ ਬਹੁਤ ਵਾਰੀ ਅਕਾਲੀ ਦਲ ਦੀਆਂ ਮੰਜੀ ਸਾਹਿਬ ਤੋਂ ਕੀਤੀਆਂ ਗਈਆਂ ਤਕਰੀਰਾਂ ਦੇ ਵਿੱਚ ਸਾਹਮਣੇ ਆ ਚੁੱਕਾ ਸੀ ਕਿ ਜੇਕਰ ਕੇਂਦਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਅੰਦੋਲਨ ਸ਼ੁਰੂ ਕਰਾਂਗੇ ਕਿ ਜਿਹੜੀ ਉਪਜ ਪੰਜਾਬ ਦੇ ਵਿੱਚ ਪੈਦਾ ਹੁੰਦੀ ਹੈ ਜਰਾਇਤੀ ਖੇਤਰ ਦੇ ਵਿੱਚ, ਅਸੀਂ ਉਸ ਨੂੰ ਬਾਹਰ ਭੇਜਣ ਦੇ ਉੱਪਰ ਪਾਬੰਦੀ ਲਾਉਣ ਦੇ ਵਾਸਤੇ ਮੋਰਚੇ ਦਾ ਅਗਲਾ ਪੜਾਅ ਆਰੰਭ ਕਰਾਂਗੇ। ਸੋ ਇਸ ਨੂੰ ਆਧਾਰ ਬਣ ਕੇ, ਜਦੋਂ ਕਿ ਦੋਵੇਂ ਚੀਜ਼ਾਂ ਅਜੇ ਨਾ ਤੇ ਐਪਲੀਕੇਬਲ ਹੈ ਤੇ ਨਾ ਇਹਨਾਂ ਦਾ ਕੋਈ ਪੂਰਨ ਰੂਪ 'ਚ ਐਲਾਨ ਕੀਤਾ ਗਿਆ ਸੀ, ਸੋ ਇਸ ਚੀਜ਼ ਨੂੰ ਆਧਾਰ ਬਣਾ ਕੇ ਆਪਣੇ ਆਪ ਨੂੰ ਇਸ ਦੋਸ਼ ਤੋਂ ਮੁਕਤ ਕਰਨਾ ਕਿ ਇਸ ਕਰਕੇ ਸਾਨੂੰ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਹਮਲਾ ਕੀਤਾ ਗਿਆ, ਦਰਅਸਲ ਇਹ ਇੱਕ ਸ਼ਬਦਾਂ ਦੀ ਜਾਦੂਗਰੀ ਹੈ। ਉਹ ਲੋਕ ਤਾਂ ਪ੍ਰਭਾਵਿਤ ਹੋ ਸਕਦੇ ਨੇ ਜਿਹੜੇ ਪਿਛਲੇ ਸਾਰੇ ਵਰਤਾਰੇ ਨੂੰ, ਜਿਸ ਨੂੰ ਮੈਂ ਤੁਹਾਡੇ ਨਾਲ ਬਿਆਨ ਕਰ ਚੁੱਕਾ, ਜਿਹੜੇ ਉਸ ਸਾਰੇ ਵਰਤਾਰੇ ਨੂੰ ਨਹੀਂ ਜਾਣਦੇ, ਉਹ ਤਾਂ ਇਸ ਗੱਲ ਤੋਂ ਪ੍ਰਭਾਵਿਤ ਹੋ ਸਕਦੇ ਨੇ। ਪਰ ਦਰਅਸਲ ਜਦੋਂ ਅਸੀਂ ਸਰਕਾਰ ਦੇ ਵਸਾਹਘਾਤਾਂ ਨੂੰ ਲੜੀਵਾਰ ਰੂਪ ਦੇ ਵਿੱਚ ਸਮਝ ਚੁੱਕੇ ਹਾਂ, ਤਾਂ ਮਹਿਜ ਉੱਥੇ ਸਾਨੂੰ ਇਹ ਵੀ ਸਮਝਣ ਦੇ ਵਿੱਚ ਇੱਕ ਪਲ ਨਹੀਂ ਲੱਗਦਾ ਕਿ ਇਹ ਪੂਰੀ ਤਰ੍ਹਾਂ ਦੇ ਨਾਲ ਪ੍ਰੀ ਪਲੈਨਡ ਹਮਲਾ ਜਿਹੜਾ ਸੀ ਉਸ ਦਿਨ ਇਸ ਕਰਕੇ ਹੀ ਕੀਤਾ ਗਿਆ ਕਿ ਵੱਧ ਤੋਂ ਵੱਧ ਜਿਹੜੀ ਸਿੱਖ ਸੰਗਤ ਹੈ ਉਸ ਦਾ ਨੁਕਸਾਨ ਜਿਹੜਾ ਉਹ ਕੀਤਾ ਜਾ ਸਕੇ। ਸੋ ਉਸ ਵੇਲੇ ਕੁਲਦੀਪ ਬਰਾੜ ਮੇਰਠ ਵਿਖੇ ਤੈਨਾਤ ਸੀ ਔਰ ਆਪਣੀ ਕਿਤਾਬ ਦੇ ਵਿੱਚ ਮੰਨਦਾ ਹੈ ਕਿ ਮੈਂ ਆਪਣੇ ਪਰਿਵਾਰ ਸਮੇਤ ਛੁੱਟੀਆਂ ਦੇ ਵਾਸਤੇ ਕਿਸੇ ਵਿਦੇਸ਼ ਦੇ ਵਿੱਚ ਜਾਣਾ ਸੀ, ਜਦੋਂ ਇੱਕਦਮ ਜਿਹੜਾ ਮੈਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਤੁਹਾਨੂੰ ਜਿਹੜਾ ਉਹ ਚੰਡੀ ਮੰਦਿਰ ਪਹੁੰਚਣਾ ਪਵੇਗਾ। ਪੱਛਮੀ ਕਮਾਂਡ ਦਾ ਹੈੱਡਕੁਆਟਰ ਚੰਡੀ ਮੰਦਿਰ, ਉੱਥੇ ਆ ਕੇ ਇਸ ਸਾਰੇ ਦੀ ਕਹਿੰਦਾ ਹੈ ਕਿ ਹਮਲੇ ਦੀ ਮੈਨੂੰ ਜਾਣਕਾਰੀ ਮਿਲੀ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਮੈਨੂੰ ਦਿੱਤੀ ਗਈ। ਇਸ ਤਰ੍ਹਾਂ ਦੇ ਨਾਲ ਨਾਲ ਹੀ ਲੈਫਟੀਨੈਂਟ ਜਨਰਲ ਸਿਨਹਾ ਦੀ ਜਗ੍ਹਾ, ਜਿਨ੍ਹਾਂ ਦਾ ਪਿੱਛੇ ਤੁਸੀਂ ਦੱਸਿਆ ਹੋਇਆ ਸੱਚ ਜਿਹੜਾ ਉਹ ਸੁਣ ਚੁੱਕੇ ਆ, ਉਹਨਾਂ ਦੀ ਜਗ੍ਹਾ ਦੇ ਉੱਪਰ ਜਨਰਲ ਵੈਦਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬੇਸ਼ੱਕ ਤੁਸੀਂ ਆਰਮੀ ਦੇ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਲਿਖਤਾਂ ਜਾਂ ਫਿਰ ਅਜੇ ਵੀ ਜਿਹੜੇ ਆਫੀਸਰ ਰਿਟਾਇਰਡ ਹੋ ਚੁੱਕੇ ਨੇ ਉਹਨਾਂ ਤੋਂ ਇਸ ਗੱਲ ਦੀ ਤਸਦੀਕ ਕਰਾ ਸਕਦੇ ਹੋ ਕਿ ਵੈਦਿਆ ਜਿਹੜਾ ਇੱਕ ਬਹੁਤ ਹੀ ਕਹਿ ਸਕਦੇ ਹੋ ਕਿ ਜਿਹਨੂੰ ਅਸੀਂ ਪੰਜਾਬੀ ਸ਼ਬਦਾਵਲੀ 'ਚ ਕਹਿ ਸਕਦੇ ਹਾਂ ਕਿ ਕਾਨੂੰਨ ਦਰਜੇ ਦਾ ਜਿਹੜਾ ਉਹ ਅਫਸਰ ਸੀ, ਜਿਹੜਾ ਮਾਨਸਿਕ ਤੌਰ ਤੇ ਕੋਈ ਬਹੁਤ ਜ਼ਿਆਦਾ ਸਿਆਣਾ ਨਹੀਂ ਸੀ, ਉਹਨੂੰ ਦੇਸ਼ ਦੀਆਂ ਫੌਜ ਦਾ ਮੁਖੀ ਬਣਾ ਦੇਣਾ ਤੇ ਜਨਰਲ ਸਿਨਹਾ ਵਰਗੇ ਇੱਕ ਦੂਰ ਅੰਦੇਸ਼ ਤੇ ਸਿਆਣੇ ਆਗੂ ਨੂੰ ਉਸ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਕੇ ਉਸ ਨੂੰ ਵਕਤ ਤੋਂ ਪਹਿਲਾਂ ਘਰ ਭੇਜ ਦੇਣਾ। ਸੋ ਇਹ ਆਪਣੇ ਆਪ ਦੇ ਵਿੱਚ ਸਪਸ਼ਟ ਸੀ ਕਿ ਸਰਕਾਰ ਉਸ ਅਫਸਰ ਨੂੰ ਫੌਜ ਦਾ ਮੁਖੀ ਲਾਉਣਾ ਚਾਹੁੰਦੀ ਹੈ ਜਿਹੜਾ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਹੋਵੇ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਜਦੋਂ ਚਾਹਣ ਉਦੋਂ ਹੀ ਕਿਸੇ ਵੀ ਕੌਮੀਅਤ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਤਿਆਰ ਹੋਵੇ। ਇਸੇ ਤਰ੍ਹਾਂ ਪੱਛਮੀ ਕਮਾਂਡ ਦੇ ਮੁਖੀ RS ਦਿਆਲ ਨੂੰ ਜਿਹੜਾ ਸੀਗਾ ਉਹ ਪੰਜਾਬ ਦੇ ਗਵਰਨਰ ਭੈਰਵ ਦੱਤ ਪਾਂਡੇ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਸੋ ਸਾਰੇ ਪੰਜਾਬ ਦਾ ਕਹਿ ਸਕਦੇ ਹੋ ਕਿ ਅਧਿਕਾਰ ਉਹ ਫੌਜ ਨੂੰ ਦਿੱਤਾ ਜਾ ਚੁੱਕਾ ਸੀ, ਕਿਉਂਕਿ ਜਦੋਂ ਕੇਂਦਰ ਦੇ ਨੁਮਾਇੰਦੇ ਗਵਰਨਰ ਦਾ ਸਲਾਹਕਾਰ ਹੀ ਪੱਛਮੀ ਕਮਾਂਡ ਦਾ ਮੁਖੀ ਰਣਜੀਤ ਦਿਆਲ ਸੀ, ਤਾਂ ਉਸ ਵੇਲੇ ਸਪਸ਼ਟ ਸੀ ਕਿ ਹੁਣ ਸਾਰਾ ਜਿਹੜਾ ਪੰਜਾਬ ਆ ਉਹ ਤਕਰੀਬਨ ਫੌਜ ਦੇ ਅਧੀਨ ਜਿਹੜਾ ਉਹ ਆ ਚੁੱਕਾ। ਇਹ ਗੱਲ ਵੱਖਰੀ ਹੈ ਕਿ ਰਸਮੀ ਤੌਰ ਦੇ ਉੱਪਰ ਐਲਾਨ ਹੋਣ ਵਾਲਾ ਅਜੇ ਬਾਕੀ ਸੀ। ਹੁਣ ਜਦੋਂ ਅਸੀਂ ਇਸ ਘੱਲੂਘਾਰੇ ਨੂੰ ਵਰਤਾਉਣ ਦੇ ਵਾਸਤੇ ਫੌਜ ਦੇ ਵੱਲੋਂ ਦਿੱਤੇ ਗਏ ਨਾਮਕਰਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਕੇਵਲ ਤੇ ਕੇਵਲ ਇੱਕ ਗੱਲ ਆ ਜਾਂਦੀ ਹੈ, ਆਪਰੇਸ਼ਨ ਬਲੂ ਸਟਾਰ। ਪਰ ਬਲੂ ਸਟਾਰ ਆਪਣੇ ਆਪ ਦੇ ਵਿੱਚ ਇੱਕ ਸੰਗਠਿਤ ਹਮਲੇ ਦੇ ਪੜਾਵਾਂ ਦਾ ਸੰਯੁਕਤ ਨਾਮ ਹੈ।
ਇਹਦੇ ਵਿੱਚ ਆਪਣੇ ਆਪ ਦੇ ਵਿੱਚ 3 ਪੜਾਅ ਨੇ। ਜਿਹੜਾ ਪਹਿਲਾ ਪੜਾਅ ਹੈ ਉਹ ਹੈ ਮੈਟਲ। ਮੈਟਲ ਦੇ ਵਿੱਚ ਇਹ ਹੈ ਕਿ ਦਰਬਾਰ ਸਾਹਿਬ ਪਰਿਸਰ ਦੇ ਉੱਪਰ ਹਮਲਾ ਕਰਕੇ ਜਿੰਨੇ ਵੀ ਸਿੰਘ ਹਥਿਆਰਬੰਦ ਲੜਾਈ ਲੜਨ ਵਾਲੇ ਨੇ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਜਿੰਨੇ ਮਰਜ਼ੀ ਹਥਿਆਰਾਂ ਦੀ ਵਰਤੋਂ ਕਰਨੀ ਪਵੇ ਜਾਂ ਜਿਹੜਾ ਵੀ ਰੁਖ ਇਖਤਿਆਰ ਕਰਨਾ ਪਵੇ ਉਹਨਾਂ ਨੂੰ ਖਤਮ ਕਰਨਾ ਹੈ। ਇਹ ਹੈ ਮੈਟਲ। ਦੂਸਰਾ ਹੈ ਸ਼ੌਪ। ਸ਼ੌਪ ਦੇ ਵਿੱਚ ਇਹ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੇ ਇਸ ਸ਼ਸਤਰਧਾਰੀ ਸੰਘਰਸ਼ ਨਾਲ ਸੰਬੰਧਿਤ ਹਮਾਇਤੀ ਲੋਕ ਨੇ ਜਾਂ ਪੰਜਾਬ ਦੇ ਵਿੱਚ ਵੀ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੌਜਵਾਨ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਫੌਜ ਨੇ ਆਪਣੇ ਅਧੀਨ ਕਰ ਲੈਣਾ। ਸੋ ਉਹ ਇਸ ਸਾਰੇ ਜਿਹੜਾ ਕਹਿ ਸਕਦੇ ਹੋ ਕਿ ਆਪਰੇਸ਼ਨ ਦਾ ਦੂਸਰਾ ਪੜਾਅ ਹੈ। ਤੀਸਰਾ ਪੜਾਅ ਹੈ ਵੁਡਰੋਜ। ਵੁਡਰੋਜ ਸਿੱਧੀ ਜੀ ਗੱਲ ਹੈ ਕਿ ਜੰਗਲੀ ਕੰਡੇਦਾਰ ਗੁਲਾਬ। ਇਸ ਦੇ ਜਿਹੜੇ ਮਤਲਬ ਨਿਕਲਦੇ ਨੇ ਉਹ ਇਹ ਨੇ ਕਿ ਪੰਜਾਬ ਦੇ ਆਲੇ ਦੁਆਲੇ ਫੌਜ ਦੀ ਇੱਕ ਸੁਰੱਖਿਅਤ ਵਾੜ ਕਰਕੇ ਪੰਜਾਬ ਨੂੰ ਦੇਸ਼ ਔਰ ਵਿਦੇਸ਼ ਦੀਆਂ ਸਰਹੱਦਾਂ ਤੋਂ ਲੈ ਕੇ ਸਾਰੀ ਹੀ ਦੁਨੀਆ ਦੇ ਨਾਲੋਂ ਕੱਟ ਦਿੱਤਾ ਜਾਵੇ। 1 ਜੂਨ ਨੂੰ ਵੱਖ-ਵੱਖ ਥਾਵਾਂ ਅਤੇ ਛਾਉਣੀਆਂ ਤੋਂ ਫੌਜ ਨੇ ਅੰਮ੍ਰਿਤਸਰ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਔਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਖਾਸ ਕਰਕੇ ਟੈਕਟੀਕਲ ਹੈੱਡਕੁਆਟਰ ਜਿਹੜਾ ਸਥਾਪਿਤ ਕੀਤਾ ਜਾਣਾ ਸੀ, ਜਿਹਨੂੰ ਅਸੀਂ ਦਾ ਪੇਚਾਂ ਦੇ ਵਾਸਤੇ ਇੱਕ ਖਾਸ ਕੇਂਦਰ ਕਹਿੰਦੇ ਹਾਂ। ਸੋ ਉਹ ਜਿਹੜਾ ਟੈਕਟੀਕਲ ਹੈੱਡਕੁਆਟਰ ਸਥਾਪਿਤ ਕੀਤਾ ਜਾਣਾ ਸੀ, ਉਹਦੇ ਵਾਸਤੇ ਜਿਹੜਾ ਕੁਲਦੀਪ ਬਰਾੜ ਹੈ ਉਸ ਦਾ ਜੂਨੀਅਰ ਬ੍ਰਿਗੇਡੀਅਰ ਨਿੱਕੀ ਤਲਵਾੜ ਉਸ ਤੋਂ ਪਹਿਲਾਂ ਸਵੇਰੇ ਅੰਮ੍ਰਿਤਸਰ ਆ ਜਾਂਦਾ ਹੈ। ਉੱਥੇ ਆ ਕੇ ਉਹ 15 ਇਨਫੈਂਟਰੀ ਦੀ ਡਿਵੀਜ਼ਨ ਦੇ ਨਾਲ ਸੰਬੰਧ ਪੈਦਾ ਕਰਦਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਪਹਿਲਾਂ ਸਭ ਤੋਂ ਉਸ ਜਗ੍ਹਾ ਦੇ ਉੱਪਰ ਇੱਕ ਟੈਕਟੀਕਲ ਜਿਹੜਾ ਛੋਟਾ ਜਿਹਾ ਆਫਿਸ ਜਿਹੜਾ ਜਾਂ ਇੱਕ ਮਰਕਜ਼ ਜਿਹੜਾ ਜਿੱਥੇ ਉਹਨਾਂ ਨੇ ਫੌਜ ਦੇ ਦਾ ਪੇਚਾਂ ਦੇ ਬਾਰੇ ਇਸ ਹਮਲੇ ਦੇ ਵਿੱਚ ਹਿੱਸਾ ਲੈਣ ਵਾਲੇ ਅਫਸਰਾਂ ਨੂੰ ਤੇ ਜਵਾਨਾਂ ਨੂੰ ਸਾਰਾ ਸਮਝਾਉਣਾ ਹੈ, ਉਹਦੇ ਵਾਸਤੇ ਇੱਕ ਬਕਾਇਦਾ ਤੌਰ ਦੇ ਉੱਪਰ ਇੱਕ ਕੰਟਰੋਲ ਰੂਮ ਕਹਿ ਸਕਦੇ ਉਹ ਸਥਾਪਿਤ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਕਿ ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਫੌਜ ਹੈ ਉਸ ਨੂੰ ਅਜੇ ਤੱਕ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਘਟਨਾਕ੍ਰਮ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾਣਾ ਹੈ। ਪਰ ਇਸ ਸਾਰੀ ਗੱਲ ਨੂੰ ਜਿਹੜੇ ਛੋਟੇ ਪੱਧਰ ਦੇ ਆਫੀਸਰ ਨੇ ਉਹਨਾਂ ਤੋਂ ਵੀ ਕਿਸੇ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ, ਜਿੰਨਾ ਚਿਰ ਤੱਕ ਕੁਲਦੀਪ ਬਰਾੜ ਆਪ ਆ ਕੇ ਉੱਥੇ ਸਾਰੀ ਘਟਨਾਕ੍ਰਮ ਦੀ ਜਾਣਕਾਰੀ ਉਹਨਾਂ ਅਫਸਰਾਂ ਨੂੰ ਨਹੀਂ ਦਿੱਤਾ ਹੈ। 1 ਜੂਨ ਨੂੰ ਕੁਲਦੀਪ ਬਰਾੜ ਤਕਰੀਬਨ ਦੁਪਹਿਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚ ਜਾਂਦਾ ਹੈ। ਉਸ ਦੇ ਵਾਸਤੇ ਜਿਹੜਾ ਟੈਕਟੀਕਲ ਹੈੱਡਕੁਆਟਰ ਪਹਿਲਾਂ ਹੀ ਅੰਮ੍ਰਿਤਸਰ ਦੀ ਉਸ ਇਨਫੈਂਟਰੀ ਡਿਵੀਜ਼ਨ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ, ਉਹਦੇ ਵਿੱਚ ਖੁਫੀਆ ਵਿਭਾਗ ਤੋਂ ਜਾਣਕਾਰੀ ਲੈਣ ਦੇ ਵਾਸਤੇ ਅੰਮ੍ਰਿਤਸਰ ਦੀਆਂ ਵੱਖ-ਵੱਖ ਜਿਹੜੀਆਂ ਖੁਫੀਆ ਏਜੰਸੀਆਂ ਕੰਮ ਕਰ ਰਹੀਆਂ ਸੀ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਸੱਦਿਆ ਜਾਂਦਾ ਹੈ। ਇਹਦੇ ਤੋਂ ਇਲਾਵਾ ਪ੍ਰਸ਼ਾਸਨਿਕ ਪੱਧਰ ਦੇ ਜਿਹੜੇ ਆਫੀਸਰ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਵਿੱਚ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਦੇ ਨਾਲ ਵਾਰਤਾਲਾਪ ਦਾ ਜ਼ਿਕਰ ਤੁਸੀਂ ਬਹੁਤ ਸਾਰੇ ਸਰੋਤਾਂ ਦੇ ਵਿੱਚ, ਕਿਤਾਬਾਂ ਦੇ ਵਿੱਚ ਜਾਂ ਫਿਰ ਉਹਨਾਂ ਦੀਆਂ ਖਾਸ ਇੰਟਰਵਿਊਜ਼ ਦੇ ਵਿੱਚ ਤੁਸੀਂ ਸੁਣ ਰਹੇ ਹੋ। ਸੋ ਜਿੰਨੀ ਕੁ ਜਾਣਕਾਰੀ ਕੁਲਦੀਪ ਬਰਾੜ ਨੂੰ ਅੰਮ੍ਰਿਤਸਰ ਦੇ ਸਥਾਨਕ ਖੁਫੀਆ ਅਫਸਰਾਂ ਤੋਂ ਮਿਲਦੀ ਹੈ ਉਹਦੇ ਆਧਾਰਿਤ ਉਹ ਅਗਲੀ ਰਣਨੀਤੀ ਨੂੰ ਤਿਆਰ ਕਰਦਾ ਹੈ। ਪਰ ਉਸ ਸਾਰੀ ਰਣਨੀਤੀ ਨੂੰ ਤਿਆਰ ਕਰਦਿਆਂ ਉਹ ਇੱਕ ਗੱਲ ਕਹਿੰਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਸਾਡੇ ਕੋਲ ਸਾਰੀ ਜਾਣਕਾਰੀ ਪਹੁੰਚੀ ਹੈ ਇਹਦੇ ਤੋਂ ਬੜਾ ਸਪਸ਼ਟ ਹੈ ਕਿ ਕੁਝ ਘੰਟਿਆਂ ਦੇ ਵਿੱਚ ਹੀ ਭਿੰਡਰਾਂਵਾਲਾ ਤੇ ਉਸਦੇ ਸਾਥੀ ਆਤਮ ਸਮਰਪਣ ਕਰ ਦੇਣਗੇ। ਇਹਦੇ ਉੱਪਰ ਪ੍ਰਤੀਕਿਰਿਆ ਕਰਦਿਆਂ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਕਹਿੰਦਾ ਕਿ ਇਹ ਤਰ੍ਹਾਂ ਵਹਿਮ ਹੈ, ਜਰਨੈਲ ਸਿੰਘ ਭਿੰਡਰਾਂਵਾਲਾ ਕਦੀ ਵੀ ਆਤਮ ਸਮਰਪਣ ਨਹੀਂ ਕਰੇਗਾ। ਤੇ ਬੜੇ ਹੰਕਾਰ ਦੇ ਵਿੱਚ ਕੁਲਦੀਪ ਬਰਾੜ ਕਹਿੰਦਾ ਹੈ ਕਿ ਤੈਨੂੰ ਪਤਾ ਨਹੀਂ, ਜਦੋਂ ਤੋਪਾਂ ਦੇ ਗੋਲੇ ਚੱਲਦੇ ਨੇ, ਜਦੋਂ ਟੈਂਕਾਂ ਦੀ ਆਵਾਜ਼ ਦੇ ਵਿੱਚ ਫਿਜ਼ਾ ਦੇ ਵਿੱਚ ਗੂੰਜਦੀ ਹੈ ਨਾ, ਤੇ ਵੱਡੇ ਵੱਡੇ ਜਿਹੜੇ ਯੋਧੇ ਹੁੰਦੇ ਨੇ ਨਾ ਉਹਨਾਂ ਦੇ ਕਾਲਜੇ ਹਿਲ ਜਾਂਦੇ ਨੇ। ਪਰ ਮੈਂ ਇਸ ਗੱਲ ਦਾ ਜਵਾਬ ਫਿਰ ਉਹਦੀ ਕਿਤਾਬ ਦੇ ਵਿੱਚੋਂ ਦਿੰਦਾ ਹੈ ਜਿਹੜਾ ਕਦੀ ਕਹਿੰਦਾ ਸੀ ਕਿ 2-3 ਘੰਟਿਆਂ ਦੇ ਵਿੱਚ ਭਿੰਡਰਾਂਵਾਲਾ ਆਤਮ ਸਮਰਪਣ ਕਰ ਦੇਵੇਗਾ, ਤੇ ਉਹੀ ਕੁਲਦੀਪ ਬਰਾੜ ਕਹਿੰਦਾ ਹੈ ਕਿ ਭਿੰਡਰਾਂਵਾਲਾ ਇਸ ਜੰਗ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਇੱਕ ਵੱਡਾ ਸੂਰਮਾ ਹੋ ਨਿਬੜਿਆ।